मेरे प्रभ प्रीतम नाम आधारा, हऊँ सुन सुन जीवा नाम तुम्हारा रहाओ। ਐ ਮੇਰੇ ਪਿਆਰੇ ਪ੍ਰਭੂ ਜੀ, ਮੈਨੂੰ ਤੇ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਮੈਂ ਤੇ ਆਪ ਜੀ ਦਾ ਨਾਮ ਸੁਣ ਸੁਣ ਕੇ ਹੀ ਜਿਉ ਰਿਹਾ ਹਾਂ, ਕਿਉਂਕਿ ਮੇਰਾ ਨਾਮ ਦੇ ਨਾਲ ਹੀ ਇੰਨਾ ਪਿਆਰ ਹੋ ਗਿਆ ਹੈ, ਜਿਵੇਂ ਕਿਸੇ ਅਮਲੀ ਦਾ ਅਮਲ ਨਾਲ ਤੇ ਮੱਛੀ ਦਾ ਪਾਣੀ ਨਾਲ ਹੁੰਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤੇਰੀ ਸਰਨ ਸਤਿਗੁਰ ਮੇਰੇ ਪੂਰੇ, ਮਨ ਨਿਰਮਲ ਹੋਏ ਸੰਤਾਂ ਧੂਰੇ। ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਵੀ ਅਰਦਾਸ ਹੈ, ਐ ਮੇਰੇ ਪੂਰੇ ਸਤਿਗੁਰੂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਉਂ? ਮੈਂ ਸੁਣਿਆ ਹੈ ਮਨ ਨਿਰਮਲ ਹੋਏ ਸੰਤਾਂ ਧੂਰੇ। ਜਿਹੜਾ ਸੰਤਾਂ ਦੇ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਉਹਦਾ ਮਨ ਨਿਰਮਲ ਹੋ ਜਾਂਦਾ ਹੈ, ਉਹਦਾ ਮਨ ਪਵਿੱਤਰ ਹੋ ਜਾਂਦਾ ਹੈ। ਇਸੇ ਲਈ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ। ਇਹ ਮੇਰਾ ਮਲੀਨ ਮਨ ਨਿਰਮਲ ਕਰ ਦਿਓ। ਚਰਨ ਕਮਲ ਹਿਰਦੈ ਉਰ ਧਾਰੇ, ਤੇਰੇ ਦਰਸ਼ਨ ਕੋ ਜਾਈ ਬਲਿਹਾਰੇ। ਹੇ ਸਤਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਰਿਹਾ ਹਾਂ। ਚਰਨ ਕਮਲ ਹਿਰਦੈ ਉਰ ਧਾਰੇ। ਗੁਰੂ ਦੇ ਚਰਨ ਕਿਹੜੇ ਨੇ? ਇੱਕ ਤਾਂ ਸਤਿਗੁਰੂ ਦੇ ਪ੍ਰਤੱਖ ਵੀ ਚਰਨ ਕਮਲ ਸਨ, ਜਿਨ੍ਹਾਂ ਦਾ ਗੁਰਸਿੱਖ ਧਿਆਨ ਕਰਦੀ ਸਨ। ਪਰ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਹੜੇ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਇਹ ਸਤਿਗੁਰੂ ਦੇ ਸ਼ਬਦ ਹੀ ਸਤਿਗੁਰੂ ਦੇ ਚਰਨ ਨੇ। ਮੈਂ ਆਪ ਜੀ ਦੇ ਸ਼ਬਦ ਰੂਪ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰ ਰਿਹਾ ਹਾਂ। ਤੇਰੇ ਦਰਸ਼ਨ ਕੋ ਜਾਈ ਬਲਿਹਾਰੇ। ਹੇ ਸਤਿਗੁਰੂ ਜੀ, ਮੈਂ ਤੇਰੇ ਦਰਸ਼ਨਾਂ ਤੋਂ ਵੀ ਬਲਿਹਾਰ ਜਾਨਾ ਹਾਂ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾ। ਹੇ ਸਤਿਗੁਰੂ, ਹੈ ਗੁਰੂ ਪਰਮੇਸ਼ਰ, ਤੂੰ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਗੁਣ ਗਾਵਾਂ। ਨਾਨਕ ਨਾਮ ਜਪਤ ਸੁਖ ਪਾਵਾ। ਤੇ ਨਾਲ ਵਾਹਿਗੁਰੂ ਦਾ ਨਾਮ ਜਪਦਿਆਂ ਸदैवी ਸੁਖ, ਸੱਚਾ ਸੁਖ ਪ੍ਰਾਪਤ ਕਰ ਲਵਾਂ। ਇਹ ਮੇਰੇ ਤੇ ਮਿਹਰ ਕਰ ਦਿਓ। ਵਡਹੰਸ ਮਹੱਲਾ ਪੰਜਵਾਂ। ਸਾਧ ਸੰਗ ਹਰ ਅੰਮ੍ਰਿਤ ਪੀਜੈ, ਨਾ ਜੀਉ ਮਰੈ ਨ ਕਬਹੂ ਛੀਜੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਆਪ ਜੀ ਨੇ ਆਖਿਆ ਸੀ, ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ, ਮਨ ਨਿਰਮਲ ਹੋਏ ਸੰਤਾਂ ਧੂਰੇ। ਪਿਛਲੇ ਸ਼ਬਦ ਵਿੱਚ ਤੁਸੀਂ ਗੁਰੂ ਦੀ ਗੱਲ ਕੀਤੀ ਸੀ। ਉਸ ਗੁਰੂ ਦੀ ਮਹਿਮਾ, ਉਸ ਗੁਰੂ ਦੀ ਵਡਿਆਈ ਸਾਨੂੰ ਦੱਸੋ। ਤਾਂ ਹਜ਼ੂਰ ਕਹਿੰਦੇ ਨੇ, ਵਡਭਾਗੀ ਗੁਰਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਧਿਆਈਐ। ਗੁਰੂ ਤੇ ਪਰਮੇਸ਼ਰ ਦੀ ਬਹੁਤ ਡੂੰਘੀ ਸਾਂਝ ਹੈ। ਵਡਭਾਗੀ ਗੁਰਪੂਰਾ ਪਾਈਐ। ਵੱਡਿਆਂ ਭਾਗਾਂ ਦੇ ਨਾਲ ਪੂਰਾ ਗੁਰੂ ਮਿਲਦਾ ਹੈ। ਗੁਰ ਕਿਰਪਾ ਤੇ ਪ੍ਰਭੂ ਧਿਆਈਐ। ਤੇ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਧਿਆਈਦਾ। ਵੱਡਿਆਂ ਭਾਗਾਂ ਨਾਲ ਪੂਰਾ ਗੁਰੂ ਮਿਲਦਾ ਹੈ। ਪੂਰੇ ਗੁਰੂ ਦੀ ਮਿਹਰ ਦੇ ਨਾਲ ਵਾਹਿਗੁਰੂ ਦਾ ਸਿਮਰਨ ਹੁੰਦਾ। ਇਸੇ ਲਈ ਪੂਰੇ ਗੁਰੂ ਦੀ ਬਹੁਤ ਜ਼ਿਆਦਾ ਲੋੜ ਹੈ। ਸਾਧ ਸੰਗ ਹਰ ਅੰਮ੍ਰਿਤ ਪੀਜੈ, ਨਾ ਜਿਉ ਮਰੈ ਨ ਕਬਹੂ ਛੀਜੈ। ਲੋ, ਜਿਹੜਾ ਗੁਰਸਿੱਖ ਮਾਈ ਪਾਈ ਸਾਧ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਬਾਣੀ ਦਾ ਅੰਮ੍ਰਿਤ ਰਸ ਪੀ ਲੈਂਦਾ ਹੈ, ਅਥਵਾ ਨਾਮ ਬਾਣੀ ਦੇ ਨਾਲ ਤਿਆਰ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਪੀ ਲੈਂਦਾ ਹੈ, ਨਾ ਜੀਉ ਮਰੈ, ਫਿਰ ਉਸ ਦਾ ਜੀਵ ਕਦੀ ਮਰਦਾ ਨਹੀਂ ਹੈ। ਨਾ ਕਬਹੂ ਛੀਜੈ, ਤੇ ਨਾ ਹੀ ਕਦੇ ਉਹਦਾ ਸਰੀਰ ਛੀਜੈ ਦਾ ਅਰਥ ਕਦੀ ਨਾਸ ਹੁੰਦਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ, ਸਾਧ ਸੰਗਤ ਦੇ ਵਿੱਚ ਆ ਕੇ ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਛਕ ਲੈਂਦਾ ਹੈ, ਉਹਨੂੰ ਅਮਰ ਜੀਵਨ, ਆਤਮਕ ਜੀਵਨ ਮਿਲ ਜਾਂਦਾ ਹੈ। ਨਾ ਫਿਰ ਉਸ ਦਾ ਜੀਵ ਮਰਦਾ ਹੀ ਹੈ, ਨਾ ਕਦੀ ਛੀਜੈ ਬਈ ਉਹਦਾ ਮਨ ਉਦਾਸ ਹੁੰਦਾ ਹੈ। ਵਡਭਾਗੀ ਗੁਰਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾਉ। ਹਜ਼ੂਰ ਕਹਿੰਦੇ ਨੇ, ਵੱਡਿਆਂ ਭਾਗਾਂ ਦੇ ਨਾਲ ਪੂਰਾ ਗੁਰੂ ਮਿਲਦਾ ਹੈ। ਪੂਰੇ ਗੁਰੂ ਦੀ ਮਿਹਰ ਨਾਲ ਵਾਹਿਗੁਰੂ ਦਾ ਸਿਮਰਨ ਕਰੀਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਰਤਨ ਜਵਾਹਰ ਹਰ ਮਾਣਕ ਲਾਲਾ, ਸਿਮਰ ਸਿਮਰ ਪ੍ਰਭ ਭਏ ਨਿਹਾਲਾ। ਅਕਾਲ ਪੁਰਖ ਵਾਹਿਗੁਰੂ ਦਾ ਨਾਮ
रतन ते जवाहर ते माणक ते लाला वांग बड़ा ही अमोलक है। सिमर सिमर प्रभ भए निहाला, असी ते उस वाहिगुरु दे नाम नूं सिमर सिमर के निहाल हो गए हाँ, किरत किरत हो गए हाँ, गद गद हो गए हाँ ते आनंदित हो गए हाँ। जत कत पेखो साधु सरना, हर गुण गाए निर्मल मन करना। हजूर फरमाउंदे ने, जत कत पेखो, मैं ते जिथे किथे भी देखदा हाँ साधु सरना, मैनू ते गुरु दी शरण ही मैनू ते दिसदी है। भाव मैं जिधर किधर भी देखदा हाँ सतगुरु दे मैनू दीदार हुंदे ने ते सतगुरु दी शरण विच ही रहना मैनू चंगा लगदा है, क्योंकि सतगुरु भी तो परमेश्वर दा रूप ही ने। सतगुर मेरा सदा सदा ना आवे ना जाए, ओ अविनाशी पुरख सब मैं रहया समाए। मैं जिथे किथे भी देखदा हाँ गुरु दी शरण ही मैनू ते प्राप्त हो रही है। हर गुण गाए निर्मल मन करना, ते असी गुरु दी शरण विच रह के वाहिगुरु दे गुण गा के वाहिगुरु दा जस कीर्तन करके निर्मल मन करना, अपने मन नूं निर्मल कर लेना। भाव जेड़ा गुरसिख माई पाई गुरु दी शरण विच आके वाहिगुरु परमेश्वर दा जस कीर्तन करदा है, ओदा मन निर्मल हो जाता है। क्योंकि कीर्तन दे विच दो चीज़ां दा मिश्रण है, एक है संगीत, दूसरा है गुरु का शब्द। संगीत नाल मन एकाग्र हुंदा है, खिंडी सुरत केंद्रित हुंदी है, ते शब्द दे बाणी दे असर दे नाल मन दी मैल धोती जाती है। इसे लिए हजूर कहते ने, मैं वाहिगुरु दे गुण गा के अपने मन नूं निर्मल करना है। घट घट अंतर मेरा स्वामी बूठा, नानक नाम पाया प्रभ तूठा। हजूर फरमाउंदे ने, ओ मेरा मालक वाहिगुरु घटां घटां दे अंदर वस रहा है। घट घट मैं हरजू बसै संतन कहियो पुकार। घट कहंदे ने शरीर नूं, घट कहंदे ने साडे हिरदे नूं। ਉਹ ਵਾਹਿਗੁਰੂ ਸਾਰੇ ਜੀਵਾਂ ਵਿੱਚ ਸਾਰੇ ਸ਼ਰੀਰਾਂ ਵਿੱਚ ਵਸ ਰਿਹਾ ਹੈ। ਨਾਨਕ ਨਾਮ ਪਾਇਆ ਪ੍ਰਭ ਤੂਠਾ, ਸਾਡੇ ਤੇ ਵਾਹਿਗੁਰੂ ਤੂਠਾ ਹੈ, ਸਾਡੇ ਤੇ ਉਹ ਮਾਲਕ ਪ੍ਰਸੰਨ ਹੋਇਆ, ਉਹਦੀ ਮਿਹਰ ਦੇ ਨਾਲ ਅਸਾਂ ਨਾਮ ਪ੍ਰਾਪਤ ਕੀਤਾ ਹੈ। ਕਿਉਂਕਿ ਨਾਮ ਇਹ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਦਾ ਫਲ ਹੈ, ਇਹ ਉਸ ਦੀ ਪ੍ਰਸੰਨਤਾ ਦਾ ਫਲ ਹੈ। ਅਸੀਂ ਉਹ ਵਾਹਿਗੁਰੂ ਦੀ ਪ੍ਰਸੰਨਤਾ ਨਾਲ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ। वडहंस महला पंजवा, विसर नाही प्रभ दीन दयाला, तेरी सरन पूर्ण किरपाला। धन गुरु अर्जन देव महाराज सच्चे पातशाह हुण इस अगले शब्द विच अकाल पुरख वाहिगुरु दे चरणां दे विच अरदास बेनती करदे ने। अरदास बेनती भी है ते नाल वाहिगुरु दी सिफत सलाह भी है। क्योंकि सतगुरु ने पिछे आखिया सी, मन ते धोखा तां लहै जां सिफत करी अरदास। मन तो धोखा, खदशा, फिक्र तां ही दूर हो सकदा है जे मालक दी सिफत कीती जावे, उहदे चरणां विच अरदास कीती जावे। लो हुण सतगुरु वाहिगुरु दे चरणां विच सिफत सलाह ते अरदास दोवें ही गल्लां निवेदन करदे हन। विसर नाही प्रभ दीन दयाला, तेरी सरन पूर्ण किरपाला। रहाओ, हे दीना ते दयालता करन वाले वाहिगुरु, तू सानू कदी भी भुल ना। तेरी शरण पूर्ण किरपाला है वाहिगुरु, तू पूर्ण किरपालू स्वरूप है। असी तेरी शरण विच पए हां, तेरे चरणां विच अरदास बेनती करदे हां। हे दीन दयाल वाहिगुरु, तू सानू कदी भी ना भुल। रहाओ, विश्राम दे के अगे फरमाउंदे हन, जह चित आवह सो थान सुहावा, जित वेला विसरह ता लागै हावा। हे वाहिगुरु जी, जिथे तू चित विच आउना, चित विच आके वस जाना, सो थान सुहावा, ओ स्थान बड़ा सुहावना बन जाता है। जिथे तू आके चित विच वस जाना, ओ स्थान सुहावना बन जाता है। जित वेला विसरह, ते जिस वेले तू सानू भुल जावे तां लागै हवा, तां सानू हौंका लग जांदा, झूरा लग जांदा है, पछतावा पल्ले पै जांदा है। तेरे जी तू सदही साथी, संसार सागर ते कढ दे हाथी। हे वाहिगुरु जी, तेरे जी
ਸਾਰੇ ਜੀਵ ਤੇਰੇ ਨੇ, ਕਿਉਂਕਿ ਤੂੰ ਇਹਨਾਂ ਨੂੰ ਪੈਦਾ ਕੀਤਾ ਹੈ। ਸਾਰੇ ਜੀਵ ਤੇਰੇ ਨੇ, ਤੂੰ ਸਦ ਹੀ ਸਾਥੀ, ਤੂੰ ਇਹਨਾਂ ਦਾ ਹਮੇਸ਼ਾ ਲਈ ਸਾਥੀ ਹੈ, ਇਹਨਾਂ ਦੇ ਨਾਲ ਰਹਿਣਾ। ਸਦਾ ਅੰਗ ਸੰਗੇ ਭੰਗੰ ਬੈਪੂਤੇ, ਸੰਸਾਰ ਸਾਗਰ ਤੇ ਕੱਢਦੇ ਹਾਥੀ। ਹੇ ਵਾਹਿਗੁਰੂ, ਜਿਹੜੇ ਜੀਵ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ, ਇਸ ਸੰਸਾਰ ਸਮੁੰਦਰ ਤੋਂ ਕੱਢ ਦੇ ਹਾਥੀ, ਤੂੰ ਆਪਣੀ ਕਿਰਪਾ ਦਾ ਹੱਥ ਦੇ ਕੇ ਉਹਨਾਂ ਨੂੰ ਬਾਹਰ ਕੱਢ ਲੈਣਾ। ਤੂੰ ਸਾਰੇ ਜੀਵ ਤੇਰੇ ਨੇ, ਤੂੰ ਉਹਨਾਂ ਸਾਰਿਆਂ ਦਾ ਸਾਥੀ ਹੈ, ਤੂੰ ਉਹਨਾਂ ਸਾਰਿਆਂ ਦਾ ਮਿੱਤਰ ਹੈ, ਸਾਰਿਆਂ ਦਾ ਜਿਗਰੀ ਯਾਰ ਹੈ। ਤੇ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਤੂੰ ਉਹਨੂੰ ਆਪਣੀ ਮਿਹਰ ਦਾ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲੈਣਾ ਹੈ। ਆਵਨ ਜਾਣਾ ਤੁਮ ਹੀ ਕੀਆ, ਜਿਸ ਤੂੰ ਰਾਖਿਆ ਹੈ ਤਿਸ ਦੁਖ ਨਾ ਥੀਆ। ਹੇ ਵਾਹਿਗੁਰੂ ਜੀ, ਇਹ ਜਿਹੜਾ ਆਵਾਗਮਨ ਹੈ, ਇਹ ਵੀ ਤੁਸਾਂ ਆਪ ਹੀ ਪੈਦਾ ਕੀਤਾ, ਕਿਉਂਕਿ ਹਰ ਜੀਵ ਵਾਸ਼ਨਾ ਦਾ ਬੱਧਾ ਆਉਂਦਾ ਤੇ ਚਲਿਆ ਜਾਂਦਾ। ਇਹ ਆਉਣਾ ਤੇ ਜਾਣਾ, ਆਵਾਗਮਨ, ਜੰਮਣਾ ਤੇ ਮਰਨਾ ਤੁਸਾਂ ਆਪ ਹੀ ਪੈਦਾ ਕੀਤਾ ਹੈ। ਜਿਸ ਤੂੰ ਰੱਖੈ ਤੇ ਜਿਸਨੂੰ ਤੂੰ ਰੱਖਣਾ ਚਾਹੇ ਤਿਸ ਦੁੱਖ ਨਾ ਥੀਆ, ਫਿਰ ਉਹਨੂੰ ਜਨਮ ਮਰਨ ਦਾ ਦੁੱਖ ਨਹੀਂ ਹੋ ਸਕਦਾ। ਜਿਹੜਾ ਤੇਰੀ ਸ਼ਰਨ ਵਿੱਚ ਪੈ ਜਾਂਦਾ ਹੈ, ਜਿਹਨੂੰ ਤੂੰ ਰੱਖਣਾ ਚਾਹੇ, ਤੇ ਫਿਰ ਉਹਨੂੰ ਇਹ ਜਨਮ ਮਰਨ ਦਾ ਦੁੱਖ ਨਹੀਂ ਹੋ ਸਕਦਾ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰਿ ਕੈ ਦਰ ਸਮਾਇਆ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਇੱਕੋ ਵਾਰੀ ਹੀ ਉਹ ਜੂਨ ਧਾਰਨ ਕਰਕੇ ਆਏ ਨੇ, ਪਰ ਦੁਬਾਰਾ ਮੁੜ ਕੇ ਨਹੀਂ ਆਉਂਦੇ। ਭਗਤ ਕਬੀਰ ਜੀ ਦੇ ਵੀ ਬਚਨ ਨੇ, ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੈਂਗੇ। ਆਉਣਾ ਤੇ ਜਾਣਾ ਵਾਹਿਗੁਰੂ ਦਾ ਹੁਕਮ ਹੈ, ਆਵਨ ਜਾਣਾ ਤੁਮ ਹੀ ਕੀਆ। ਪਰ ਵਾਹਿਗੁਰੂ ਦੇ ਪਿਆਰੇ ਉਹਦੇ ਹੁਕਮ ਨੂੰ ਬੁੱਝ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਤੇ ਫਿਰ ਉਹਨਾਂ ਦਾ ਆਵਾਗਮਨ ਮੁੱਕ ਜਾਂਦਾ ਹੈ। ਤੂੰ ਏਕੋ ਸਾਹਿਬ ਅਵਰ ਨਾ ਹੋਰ, ਬਿਨੋ ਕਰੈ ਨਾਨਕ ਕਰ ਜੋਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਏਕੋ ਸਾਹਿਬ, ਤੂੰ ਇੱਕੋ ਹੀ ਸਾਰਿਆਂ ਦਾ ਮਾਲਕ ਹੈ। ਅਵਰ ਨਾ ਹੋਰ, ਤੇਰੇ ਬਿਨਾ ਹੋਰ ਕੋਈ ਤੇਰਾ ਸਾਨੀ, ਕੋਈ ਤੇਰਾ ਸ਼ਰੀਕ ਨਹੀਂ ਹੈ। ਬਿਨੋ ਕਰੈ ਨਾਨਕ ਕਰ ਜੋਰ, ਮੈਂ ਤੇ ਮਹਾਰਾਜ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਸਾ ਨਿਮਰ ਸਾ ਪ੍ਰੇਮ ਬੇਨਤੀ ਕਰਦਾ ਹਾਂ, ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਰੱਖੋ, ਮੈਨੂੰ ਨਾਮ ਦੀ ਦਾਤ ਬਖਸ਼ੋ, ਮੈਨੂੰ ਭਵ ਸਾਗਰ ਤੋਂ ਬਚਾਓ, ਮੈਨੂੰ ਆਵਾਗਮਨ ਤੋਂ ਬਚਾਓ। ਇਹ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਵਡਹੰਸ ਮਹੱਲਾ ਪੰਜਵਾਂ। ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਸ਼ਬਦ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਦੀ ਹੀ ਉਸਤਤ ਹੈ। ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਹੇ ਵਾਹਿਗੁਰੂ, ਤੂੰ ਵੀ ਅਚਰਜ ਰੂਪ ਹੈ, ਤੇਰੀ ਕੁਦਰਤ ਵੀ ਬਿਸਮਾਦ ਰੂਪ ਹੈ। ਇਹ ਰਹਾਉ ਦੀ ਪੰਕਤੀ ਹੈ, ਵਾਹਿਗੁਰੂ ਤੂੰ ਵੀ ਅਚਰਜ ਰੂਪ ਹੈ, ਤੇਰੀ ਕੁਦਰਤ ਵੀ ਬਿਸਮਾਦ ਰੂਪ ਹੈ। ਤੂੰ ਜਾਣਾ ਹੈ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਹੇ ਵਾਹਿਗੁਰੂ, ਜੇ ਤੂੰ ਕਿਸੇ ਨੂੰ ਜਣਾਵੇਂ ਤਾਂ ਹੀ ਕੋਈ ਜਾਣ ਸਕਦਾ, ਤੇ ਫਿਰ ਉਹ ਕਰਦਾ ਕੀ ਹੈ? ਤੇਰਾ ਦੀਆ ਨਾਮ ਵਖਾਣੈ, ਉਹ ਤੇਰਾ ਬਖਸ਼ਿਆ ਹੋਇਆ ਨਾਮ ਜਪਦਾ ਰਹਿੰਦਾ। ਜਿਸ ਨੂੰ ਤੂੰ ਜਣਾਉਣਾ ਚਾਹੇ ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣਾ। ਉਹ ਹਰ ਵੇਲੇ ਤੇਰਾ ਬਖਸ਼ਿਆ ਨਾਮ ਜਪਦਾ ਤੇ ਇਸ ਢੰਗ ਦੇ ਨਾਲ ਉਹ ਤੈਨੂੰ ਜਾਣ ਲੈਂਦਾ, ਕਿਉਂਕਿ ਨਾਮ ਦੁਆਰਾ ਹੀ ਨਾਮੀ ਦੀ ਜਾਣ ਪਛਾਣ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਆਪਣੇ ਆਪ ਤੇ ਤੈਨੂੰ ਕੋਈ ਜਾਣ ਨਹੀਂ ਸਕਦਾ, ਜਿਸ ਨੂੰ ਤੂੰ ਜਣਾਵੇਂ ਉਹੀ ਜਾਣ ਸਕਦਾ ਹੈ। ਫਿਰ ਉਹ ਤੇਰਾ ਦਿੱਤਾ ਹਰ ਵੇਲੇ ਨਾਮ ਜਪਦਾ ਰਹਿੰਦਾ ਹੈ। ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ। ਹੇ ਵਾਹਿਗੁਰੂ, ਤੂੰ ਆਪ ਵੀ ਅਚਰਜ ਰੂਪ ਹੈ, ਤੇਰੀ ਕੁਦਰਤ ਵੀ ਬਿਸਮਾਦ ਰੂਪ ਹੈ। ਇਸ ਲਈ ਤੂੰ ਵੀ ਬੇਅੰਤ ਹੈ, ਤੇਰੀ ਕੁਦਰਤ ਵੀ ਬੇਅੰਤ ਹੈ। ਤੂੰ ਵੀ ਬਿਸਮਾਦ ਹੈ, ਤੇਰੀ ਕੁਦਰਤ ਵੀ ਬਿਸਮਾਦ ਰੂਪ ਹੈ। ਰਹਾਉ। ਵਿਸਰਾਮ ਦੇ ਕੀ ਅੱਗੇ ਸਤਿਗੁਰੂ ਫਰਮਾਉਂਦੇ ਹਨ,
ਤੁਧ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਹੇ ਵਾਹਿਗੁਰੂ ਜੀ, ਤੂੰ ਆਪੇ ਹੀ ਜਿਹੜੇ ਸੰਸਾਰ ਦੇ ਕਾਰਨ ਨੇ ਉਹਨਾਂ ਨੂੰ ਪੈਦਾ ਕਰਦਾ ਹੈ, ਤੇ ਆਪੇ ਕਰਨਾ ਜਿਹੜੇ ਆ ਸਾਧਾਰਨ ਕਾਰਨ ਨੇ ਉਹਨਾਂ ਨੂੰ ਵੀ ਤੂੰ ਆਪ ਹੀ ਪੈਦਾ ਕਰਦਾ। ਕਾਰਨ ਤੇ ਕਾਰਨ ਜਿਹੜੇ ਦੋ ਸ਼ਬਦ ਨੇ, ਕਾਰਨ ਦੋ ਪ੍ਰਕਾਰ ਦਾ ਹੈ, ਇੱਕ ਉਪਾਦਾਨ ਕਾਰਨ, ਦੂਸਰਾ ਨਿਮਿਤ ਕਾਰਨ। ਤੇ ਕਾਰਨ ਜਿਹੜੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਤੂੰ ਆਪ ਹੀ ਪੈਦਾ ਕਰਦਾ ਹੈ। ਹੁਕਮੇ ਜੰਮਣ ਹੁਕਮੇ ਮਰਨਾ, ਤੇਰੇ ਹੁਕਮ ਦੇ ਵਿੱਚ ਹੀ ਇਹ ਜੀਵ ਜੰਮਦਾ ਹੈ, ਤੇਰੇ ਹੁਕਮ ਦੇ ਵਿੱਚ ਹੀ ਜੀਵ ਮਰਦਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਨਾਮ ਤੇਰਾ ਮਨ ਤਨ ਆਧਾਰੀ, ਤੇਰਾ ਨਾਮ ਹੀ ਮੇਰੇ ਮਨ ਤੇ ਤਨ ਦਾ ਆਸਰਾ ਬਣਿਆ ਹੋਇਆ। ਨਾਨਕ ਦਾਸ ਬਖਸ਼ੀਸ ਤੁਮਾਰੀ, ਹੇ ਵਾਹਿਗੁਰੂ ਜੀ, ਇਹ ਦਾਸ ਨੂੰ ਆਪ ਜੀ ਦੀ ਹੀ ਬਖਸ਼ਿਸ਼ ਪ੍ਰਾਪਤ ਹੋਈ ਹੈ, ਕਿਉਂਕਿ ਨਾਮ ਦੀ ਦਾਤ ਵਾਹਿਗੁਰੂ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨ ਨੇ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਉਹ ਕਿਹੜੀ ਦਾਤ ਹੈ ਜਿਸ ਨੂੰ ਮਨੁੱਖ ਆਪਣੇ ਸਾਧਨ ਨਾਲ ਪ੍ਰਾਪਤ ਕਰ ਲਵੇ। ਰਿੱਧੀ ਸਿੱਧੀ ਸਾਧਨ ਦਾ ਫਲ ਹੈ। ਅਸਲੀ ਕਰਾਮਾਤ, ਅਸਲੀ ਬਖਸ਼ਿਸ਼ ਉਹ ਹੈ ਜੋ ਮਾਲਕ ਦੀ ਪ੍ਰਸੰਨਤਾ ਨਾਲ ਮਿਲਦੀ, ਉਹ ਹੈ ਨਾਮ ਦੀ ਦਾਤ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੀ। ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਤੇਰਾ ਨਾਮ ਹੀ ਮੇਰੇ ਮਨ ਤਨ ਦਾ ਆਸਰਾ ਬਣਿਆ। ਇਹ ਦਾਸ ਨੂੰ ਆਪ ਜੀ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਵਡਹੰਸ ਮਹੱਲਾ ਪੰਜਵਾਂ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉ ਪਾਈ ਗੁਰ ਪੂਰੇ। ਹੁਣ ਅੱਗੇ ਵਡਹੰਸ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੀ ਸ਼ਬਦ ਆ ਰਿਹਾ ਹੈ। ਇਸ ਨੂੰ ਕਰ ਦੂਜੇ ਸੁਰ ਤਾਲ ਦੇ ਵਿੱਚ ਗਾਵੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ। ਉਹ ਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉੱਤਮ ਤੇ ਮੱਧਮ ਸਖੀ ਦੇ ਰੂਪਕ ਦੇ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਜਿਵੇਂ ਉੱਤਮ ਤੇ ਮੱਧਮ ਸਖੀਆਂ ਬੈਠ ਕੇ ਆਪਸ ਵਿੱਚ ਸੰਵਾਦ ਰਚਦੀਆਂ ਨੇ, ਕਈ ਤਰ੍ਹਾਂ ਦੇ ਪ੍ਰਸ਼ਨ ਉੱਤਰ ਕਰਦੀਆਂ ਨੇ, ਇਸੇ ਤਰ੍ਹਾਂ ਜਗਿਆਸੂ ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਉੱਤਮ ਸਖੀਆਂ ਵਾਂਗੂ ਮਹਾਂਪੁਰਖ ਨੇ, ਉਹਨਾਂ ਦਾ ਆਪਸ ਵਿੱਚ ਇੱਥੇ ਸੰਵਾਦ ਦਰਸਾਇਆ ਗਿਆ ਹੈ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉ ਪਾਈ ਗੁਰ ਪੂਰੇ। ਹੇ ਪਿਆਰੇ, ਇਹ ਕਿਸੇ ਉੱਤਮ ਸਖੀ ਨੂੰ ਸੰਬੋਧਨ ਕੀਤਾ, ਕਿਸੇ ਉੱਤਮ ਮਹਾਂਪੁਰਖ ਨੂੰ ਆਖਿਆ, ਹੈ ਪਿਆਰੇ ਮਹਾਂਪੁਰਖੋ, ਮੇਰੇ ਹਿਰਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਇੱਛਾ ਹੈ। ਲੋਚਾ ਦਾ ਅਰਥ ਇੱਛਾ ਹੈ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਉਸ ਅਥਵਾ ਹੇ ਪਿਆਰੇ ਮਹਾਂਪੁਰਖੋ, ਮੇਰੇ ਅੰਦਰ ਗੁਰੂ ਦੇ ਮਿਲਣ ਦੀ ਵੀ ਇੱਛਾ ਹੈ। ਹਉ ਕਿਉਂ ਪਾਈ ਗੁਰ ਪੂਰੇ, ਮੈਂ ਉਸ ਪੂਰੇ ਗੁਰੂ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹਾਂ। ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ। ਜਿਵੇਂ ਛੋਟਾ ਸ਼ੀਰਖੋਰ ਬਾਲਕ ਹੈ ਤੇ ਜੇ ਉਹਨੂੰ ਭਾਵੇਂ ਸੈਂਕੜੇ ਵਾਰ ਖੇਡਾਂ ਖਿਡਾਈਏ, ਪਰ ਜੇ ਬਾਲਕ ਭੁੱਖਾ ਹੈ, ਰਹਿ ਨਾ ਸਕੈ ਬਿਨ ਖੀਰੇ, ਉਹ ਦੁੱਧ ਤੋਂ ਬਿਨਾਂ ਨਹੀਂ ਬਚ ਕੇ ਰਹਿ ਸਕਦਾ। ਉਹ ਦੁੱਧ ਤੋਂ ਬਿਨਾਂ ਜਿਉਂਦਾ ਵੀ ਨਹੀਂ ਰਹਿ ਸਕਦਾ, ਦੁੱਧ ਤੋਂ ਬਿਨਾਂ ਕਦੀ ਖੁਸ਼ ਵੀ ਨਹੀਂ ਰਹਿ ਸਕਦਾ। ਭਾਵੇਂ ਉਹਨੂੰ ਸੈਂਕੜੇ ਖੇਡਾਂ ਕੋਈ ਖਿਡਾਈ ਜਾਵੇ, ਭੁੱਖਾ ਬੱਚਾ ਉਹ ਰੋਂਦਾ ਹੀ ਰਹਿੰਦਾ ਹੈ। ਮੇਰਾ ਅੰਤਰ ਭੁੱਖ ਨਾ ਉਤਰਿਆ ਮਾਲੀ, ਜੇ ਸੋ ਭੋਜਨ ਮੈਂ ਨੀਰੇ। ਲੋ ਹਜ਼ੂਰ ਕਹਿੰਦੇ ਨੇ, ਅਮਾਲੀ ਹੈ ਉੱਤਮ ਸਖੀ, ਹੈ ਪਿਆਰੀ ਮਾਂ। ਇਹ ਕਿਸੇ ਗੁਰਮੁਖ ਮਹਾਂਪੁਰਖ ਨੂੰ ਸੰਬੋਧਨ ਕਰਨ ਲਈ ਸ਼ਬਦ ਵਰਤਿਆ ਹੈ। ਅਮਾਲੀ, ਹੈ ਪਿਆਰੀ ਮਾਂ, ਹੈ ਵੱਡੀ ਮਾਂ, ਮੇਰੇ ਅੰਦਰ ਨਾਮ ਦੀ ਭੁੱਖ ਹੈ।
ਉਹ ਕਦੇ ਨਹੀਂ ਉਤਰ ਸਕਦੀ। ਜੇ ਸੋ ਭੋਜਨ ਮੈਂ ਨੀਰੇ, ਜੇ ਕੋਈ ਸੈਂਕੜੇ ਭੋਜਨ ਮੇਰੇ ਮੂਹਰੇ ਲਿਆ ਕੇ ਨੀਰੇ ਦਾ ਅਰਥ ਪਰੋਸ ਦੇਵੇ, ਉਹ ਮੈਨੂੰ ਅੱਛੇ ਨਹੀਂ ਲੱਗਦੇ, ਕਿਉਂਕਿ ਮੇਰੇ ਅੰਦਰ ਵਾਹਿਗੁਰੂ ਦੇ ਨਾਮ ਦੀ ਭੁੱਖ ਹੈ। ਜਿਵੇਂ ਅਮਲੀ ਨੂੰ ਅਮਲ ਨਾ ਮਿਲੇ, ਚਾਹੇ ਸੈਂਕੜੇ ਮਠਿਆਈਆਂ ਦੇ, ਪਦਾਰਥਾਂ ਦੇ, ਫਲਾਂ ਦੇ ਅੰਬਾਰ ਉਹਦੇ ਮੂਹਰੇ ਲਾ ਦਿਓ, ਕਦੀ ਖੁਸ਼ ਨਹੀਂ ਹੁੰਦਾ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੇ ਤਿਨ ਭਾਵੈ ਸਭ ਕੋਈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਨਾਮ ਤੋਂ ਬਿਨਾਂ ਨਹੀਂ ਤ੍ਰਿਪਤ ਹੋ ਸਕਦੇ। ਮੇਰਾ ਮਨ ਤਨ ਪ੍ਰੇਮ ਪਰਮ ਕਾ, ਬਿਨ ਦਰਸ਼ਨ ਕਿਉ ਮਨ ਧੀਰੇ। ਲੋ ਮੇਰੇ ਮਨ ਤੇ ਤਨ ਅੰਦਰ ਉਸ ਪਰਮ ਦਾ ਅਰਥ ਵੀ ਪਿਆਰੇ ਪਤੀ ਦਾ ਪ੍ਰੇਮ ਹੈ। ਬਿਨ ਦਰਸ਼ਨ ਕਿਉ ਮਨ ਧੀਰੇ, ਉਸ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਇਹ ਮੇਰਾ ਮਨ ਕਿਵੇਂ ਧੀਰਜ ਗ੍ਰਹਿਣ ਕਰੇ, ਨਹੀਂ ਕਰ ਸਕਦਾ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮੇਲੇ ਹੋ ਮਿੱਤਰ ਸੁਖ ਦਾਤਾ। ਐ ਗੁਰਮੁਖੋ ਪਿਆਰਿਓ, ਤੁਸੀਂ ਸਾਡੇ ਸੱਜਣ ਸੁਹਿਰਦ ਮਿੱਤਰ ਹੋ, ਸਾਡੇ ਪਿਆਰੇ ਵੀ ਹੋ, ਤੁਸੀਂ ਸਾਡੇ ਭਰਾ ਵੀ ਹੋ। ਇਹ ਮਹਾਂਪੁਰਖਾਂ ਨੂੰ ਬੇਨਤੀ ਹੈ, ਮੈਂ ਮੇਲੇ ਹੋ ਮਿੱਤਰ ਸੁਖ ਦਾਤਾ, ਤੇ ਤੁਸੀਂ ਮੈਨੂੰ ਆਤਮਿਕ ਸੁਖ ਦੇਣ ਵਾਲਾ ਦਾਤਾ ਸਤਿਗੁਰੂ, ਜੋ ਲੋਕ ਪ੍ਰਲੋਕ ਦਾ ਮੇਰਾ ਮਿੱਤਰ ਵੀ ਹੈ, ਤੁਸੀਂ ਉਹਦੇ ਨਾਲ ਮੇਰਾ ਮੇਲ ਕਰਵਾ ਦਿਓ। ਇਹ ਮਹਾਂਪੁਰਖਾਂ ਨੂੰ ਬੇਨਤੀ ਹੈ ਕਿ ਮਹਾਂਪੁਰਖੋ, ਤੁਸੀਂ ਸਾਡੇ ਸੱਜਣ ਮਿੱਤਰ ਹੋ, ਮਨ ਦੇ ਵੀ ਮਿੱਤਰ ਹੋ, ਬਾਣੀ ਦੇ ਵੀ ਪਿਆਰੇ ਹੋ, ਤੇ ਸਾਡੇ ਤਨ ਦੇ ਵੀ ਤੁਸੀਂ ਭਾਈ ਪਿਆਰ ਕਰਨ ਵਾਲੇ ਹੋ। ਮੈਨੂੰ ਸੁੱਖਾਂ ਦੇ ਦਾਤੇ ਮਿੱਤਰ ਵਾਹਿਗੁਰੂ ਦੇ ਨਾਲ ਮੇਲ ਦੇਵੋ। ਉਹ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ। ਕਿਉਂਕਿ ਉਹ ਸਤਿਗੁਰੂ ਮੇਰੇ ਦਿਲ ਦੀ ਪੀੜਾ ਨੂੰ, ਮੇਰੇ ਦਿਲ ਦੀ ਸਾਰੀ ਪੀੜਾ ਨੂੰ ਅੱਛੀ ਤਰ੍ਹਾਂ ਜਾਣਦਾ ਹੈ, ਤੇ ਮੈਨੂੰ ਹਰ ਰੋਜ਼ ਉਹ ਵਾਹਿਗੁਰੂ ਦੀਆਂ ਗੱਲਾਂ ਵੀ ਸੁਣਾਵੇ। ਇਹ ਮੇਰੇ ਮਨ ਦੀ ਤਮੰਨਾ ਹੈ, ਕਿਉਂਕਿ ਸਤਿਗੁਰੂ ਅੰਤਰਜਾਮੀ ਹੈ। ਜਿਵੇਂ ਕੋਈ ਮਰੀਜ਼ ਕਿਸੇ ਡਾਕਟਰ ਦੇ ਕੋਲ ਜਾਂਦਾ ਤੇ ਉਹਨੂੰ ਪਤਾ ਵੀ ਡਾਕਟਰ ਨੂੰ ਮੇਰੀ ਤਕਲੀਫ ਦਾ ਪਤਾ ਹੈ, ਤੇ ਫਿਰ ਉਹ ਨਾਲ ਹੌਸਲਾ ਵੀ ਦਿੰਦਾ। ਇਸੇ ਤਰ੍ਹਾਂ ਜਗਿਆਸੂ ਗੁਰਸਿੱਖ ਇਹ ਗੱਲ ਆਖਦਾ ਕਿ ਉਹ ਮੇਰਾ ਸਤਿਗੁਰੂ ਐਸਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਉਹ ਮੇਰੀ ਸਾਰੀ ਦਿਲ ਦੀ ਪੀੜਾ ਨੂੰ ਜਾਣਦਾ ਹੈ, ਤੇ ਹਮੇਸ਼ਾ ਲਈ ਮੈਨੂੰ ਵਾਹਿਗੁਰੂ ਪਰਮੇਸ਼ਰ ਦੀਆਂ ਗੱਲਾਂ ਵੀ ਸੁਣਾਉਂਦਾ ਹੈ। ਹੋਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜਿਉ ਚਾਤਰਕ ਜਲ ਕੋ ਬਿਲ ਲਾਤਾ। ਮੈਂ ਉਹ ਸਤਿਗੁਰੂ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਜਿਉਂਦਾ ਨਹੀਂ ਰਹਿ ਸਕਦਾ। ਉਸ ਸਤਿਗੁਰੂ ਦੇ ਵਿਛੋੜੇ ਵਿੱਚ ਮੈਂ ਇੱਕ ਖਿਨ ਮਾਤਰ ਵੀ ਰਹਿ ਨਹੀਂ ਸਕਦਾ। ਜਿਉਂ ਚਾਤਰਕ ਜਲ ਕੋ ਬਿਲ ਲਾਤਾ, ਜਿਵੇਂ ਚਾਤਰਕ ਦਾ ਅਰਥ ਹੈ ਪਪੀਹਾ ਪੰਛੀ, ਉਹ ਸਵੰਤੀ ਬੂੰਦ ਲਈ ਵਿਰਲਾਪ ਕਰਦਾ ਹੈ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਮੇਰਾ ਮਨ ਵੀ ਪਪੀਹੇ ਵਾਂਗੂ ਵਿਰਲਾਪ ਕਰਦਾ ਰਹਿੰਦਾ ਹੈ, ਪ੍ਰਿਓ ਪ੍ਰਿਓ ਜਪਦਾ ਰਹਿੰਦਾ ਹੈ। ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕਉ ਰੱਖ ਲੇਤਾ। ਹੇ ਸਤਿਗੁਰੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਯਾਦ ਕਰਾਂ ਤੇ ਕਿਹੜੇ ਕਿਹੜੇ ਗੁਣਾਂ ਨੂੰ ਸੰਭਾਲਾਂ, ਅਥਵਾ ਕਿਹੜੇ ਕਿਹੜੇ ਗੁਣਾਂ ਨੂੰ ਸਾਰ ਰਸਨਾ ਤੋਂ ਉਚਾਰਨ ਕਰਾਂ ਤੇ ਕਿਹੜੇ ਕਿਹੜੇ ਗੁਣਾਂ ਨੂੰ ਆਪਣੇ ਚਿੱਤ ਵਿੱਚ ਯਾਦ ਕਰਾਂ। ਮੈਂ ਨਿਰਗੁਣ ਕੋ ਰੱਖ ਲੇਤਾ, ਕਿਉਂਕਿ ਤੂੰ ਐਸਾ ਦਿਆਲੂ ਕਿਰਪਾਲੂ ਹੈ, ਮੇਰੇ ਵਰਗੇ ਨਿਰਗੁਣਿਆਰਿਆਂ ਨੂੰ ਵੀ ਤੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ। ਕਿਉਂਕਿ ਸਤਿਗੁਰੂ ਦਿਆਲੂ ਕਿਰਪਾਲੂ ਨੇ, ਨਿਰਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਈ। ਜੇ ਕੋਈ ਨਿਰਗੁਣਿਆਰਾ ਵੀ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਆਪਣੀ ਸ਼ਰਨ ਵਿੱਚ ਰੱਖ ਲੈਂਦੇ ਹਨ। ਹਉ ਭਈ ਓੜੀਣੀ ਕੰਤ ਕੋ ਅਮਾਲੀ, ਸੋ ਪਿਰ ਕਦ ਨੈਣੀ ਦੇਖਾ। ਲੋ ਹੁਣ ਫੇਰ ਅੱਗੇ ਜਗਿਆਸੂ ਵੱਲੋਂ ਬੇਨਤੀ ਹੈ, ਅਮਾਲੀ, ਹੇ ਪਿਆਰੀ ਅੰਮਾ, ਹੇ ਵੱਡੀ ਮਾਂ, ਮਹਾਂਪੁਰਖੋ, ਮੈਂ ਤੇ ਉਸ ਪਤੀ ਪਰਮੇਸ਼ਰ ਦੇ ਲਈ ਬੜੀ ਉਦਾਸ ਹੋ ਗਈ ਹਾਂ। ਉਡੀਣੀ ਦਾ ਅਰਥ ਉਦਾਸ। ਹਉ ਭਈ ਉਡੀਣੀ ਕੰਤ ਕੋ ਅਮਾਲੀ, ਮੈਂ ਉਸ ਪਤੀ ਪਰਮੇਸ਼ਰ ਦੇ ਵਾਸਤੇ ਬੜੀ ਉਦਾਸ ਹੋ ਗਈ ਹਾਂ। ਸੋ ਫਿਰ ਕਦ ਨੈਣੀ ਦੇਖਾ, ਤੇ ਮੈਂ ਉਸ ਪਤੀ ਪਰਮੇਸ਼ਰ ਨੂੰ ਆਪਣੇ ਨੇਤਰਾਂ ਨਾਲ ਕਦੋਂ ਵੇਖ ਸਕਦੀ ਹਾਂ। ਇਹ ਮੇਰੇ ਮਨ ਦੇ ਵਿੱਚ ਤੜਪ ਲੱਗੀ ਹੋਈ ਹੈ,
ਪਰ ਮੇਰਾ ਮਨ ਬੜਾ ਉਦਾਸ ਵੀ ਹੋ ਗਿਆ, ਕਿਉਂਕਿ ਇੰਨਾ ਲੰਬਾ ਸਮਾਂ ਹੋ ਗਿਆ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਇੰਤਜ਼ਾਰ ਦੇ ਵਿੱਚ, ਪਰ ਮੈਨੂੰ ਦਰਸ਼ਨ ਨਹੀਂ ਹੋਏ। ਇਸ ਲਈ ਹੁਣ ਮੇਰੇ ਮਨ ਦੇ ਵਿੱਚ ਇਹ ਤੜਪ ਹੈ, ਮੈਂ ਬੜੀ ਉਦਾਸ ਹਾਂ ਕਿ ਮੈਂ ਇਹਨਾਂ ਅੱਖਾਂ ਦੇ ਨਾਲ ਕਦੋਂ ਵਾਹਿਗੁਰੂ ਦੇ ਦੀਦਾਰ ਕਰਾਂ। ਸਭ ਰਸ ਭੋਗਣ ਵਿਸਰੇ, ਬੈਨ ਪਿਰ ਕਿਤੈ ਨਾ ਲੇਖਾ। ਸਭ ਰਸ ਭੋਗਣ ਵਿਸਰੇ, ਹੁਣ ਜਿਤਨੇ ਵੀ ਹੋਰ ਦੁਨਿਆਵੀ ਰਸ ਕਸ ਨੇ ਅਥਵਾ ਪਦਾਰਥਾਂ ਦੇ, ਵਿਸ਼ਿਆਂ ਦੇ, ਮਾਇਆ ਦੇ ਰਸ ਨੇ, ਉਹਨਾਂ ਦਾ ਭੋਗਣਾ ਵਿਸਰ ਹੀ ਗਿਆ ਹੈ। ਹੋਰ ਦੁਨੀਆ ਦੇ ਰਸ ਕਸ ਭੋਗਣੇ ਚੰਗੇ ਹੀ ਨਹੀਂ ਲੱਗਦੇ। ਬਿਨ ਪਿਰ ਕਿਤੈ ਨਾ ਲੇਖਾ, ਕਿਉਂਕਿ ਬਿਨਾਂ ਪਿਰ ਪਤੀ ਤੋਂ ਉਹ ਕਿਸੇ ਲੇਖੇ ਵਿੱਚ ਹੀ ਨਹੀਂ ਹਨ। ਜਿਵੇਂ ਕੋਈ ਇਸਤਰੀ ਦਾ ਆਪਣੇ ਪਤੀ ਨਾਲ ਮਿਲਾਪ ਨਾ ਹੋਵੇ, ਚਾਹੇ ਉਹਨੂੰ ਖਾਣ ਦੇ, ਪਹਿਨਣ ਦੇ, ਭੋਗਣ ਦੇ ਸਾਰੇ ਰਸ ਪ੍ਰਾਪਤ ਹੋ ਜਾਣ, ਪਰ ਉਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬਿਨਾਂ ਪਤੀ ਤੋਂ ਕਿਸੇ ਲੇਖੇ ਵਿੱਚ ਨਹੀਂ ਸਮਝਦੀ। ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕੋ ਹੋ ਵੇਸਾ। ਆ ਜੋ ਕਪੜਾ ਹੈ, ਸਰੀਰ ਤੇ ਬਾਣਾ ਧਾਰਨ ਕੀਤਾ ਹੋਇਆ, ਪੁਸ਼ਾਕ ਪਹਿਨੀ ਹੋਈ, ਚੋਲਾ ਪਾਇਆ, ਇਹ ਵੀ ਮੇਰੇ ਤਨ ਉੱਤੇ ਸੁਖਾਉਂਦਾ ਨਹੀਂ ਹੈ। ਇਹ ਬਸਤਰ ਧਾਰਨ ਕੀਤਾ ਵੀ ਮੈਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਰਹੀ। ਕਰ ਨਾ ਸਕੋ ਹੋ ਵੇਸਾ, ਤੇ ਮੈਂ ਹੋਰ ਕੋਈ ਨਵਾਂ ਵੇਸ਼ ਵੀ ਨਹੀਂ ਧਾਰਨ ਕਰ ਸਕਦੀ। ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿਨ ਆਗੇ ਹਮ ਆਦੇਸਾ। ਹਾਂ, ਜਿਨ੍ਹਾਂ ਗੁਰਮੁਖ ਸਖੀਆਂ ਨੇ ਉਸ ਪਿਆਰੇ ਪਤੀ ਦੇ ਆਨੰਦ ਨੂੰ ਮਾਣਿਆ ਹੈ, ਤਿਨ ਆਗੇ ਹਮ ਆਦੇਸਾ, ਅਸੀਂ ਉਹਨਾਂ ਦੇ ਅੱਗੇ ਜਾ ਕੇ, ਆਦੇਸ਼ਾ ਦਾ ਅਰਥ ਹੈ ਨਮਸਕਾਰ ਕਰਦੇ ਹਾਂ। ਅਸੀਂ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਦੇ ਹਾਂ, ਬਈ ਚਲੋ ਤੁਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਮਾਣ ਰਹੇ ਹੋ, ਤੇ ਸਾਨੂੰ ਵੀ ਉਹਦੇ ਬਾਰੇ ਦੱਸੋ। ਮੈਂ ਸਭ ਸੀਗਾਰ ਬਣਾਇਆ ਅਮਾਲੇ, ਬਿਨ ਪਿਰ ਕਾਮ ਨਾ ਆਏ। ਲੋ ਫੇਰ ਮੱਧਮ ਸਖੀ ਆਖਦੀ ਹੈ, ਹੇ ਪਿਆਰੀ ਅੰਮਾ, ਹੇ ਮਹਾਂਪੁਰਖੋ, ਮੈਂ ਸਭ ਤਰ੍ਹਾਂ ਦੇ ਸਾਧਨਾ ਦੇ ਤੇ ਦਿਖਾਵੇ ਦੇ ਚਿੰਨ੍ਹਾਂ ਦੇ ਅਥਵਾ ਗੁਣਾਂ ਦੇ ਸ਼ਿੰਗਾਰ ਵੀ ਬਣਾਏ, ਬਿਨ ਪਿਰ ਕਾਮ ਨਾ ਆਏ, ਪਰ ਬਿਨਾਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਉਹ ਕਿਸੇ ਕੰਮ ਨਹੀਂ ਆਏ। ਜਿਵੇਂ ਕੋਈ ਇਸਤਰੀ ਸੋਹਣੇ ਕੱਪੜੇ ਵੀ ਪਾ ਲਵੇ, ਸੋਹਣੇ ਗਹਿਣੇ ਵੀ ਸਜਾ ਲਵੇ, ਸਾਰੇ ਹਾਰ ਸ਼ਿੰਗਾਰ ਵੀ ਕਰ ਲਵੇ, ਪਰ ਜੇ ਪਤੀ ਨੇ ਪ੍ਰਵਾਨ ਨਾ ਕੀਤਾ ਫਿਰ ਉਹ ਕਿਸੇ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਮੈਂ ਸਾਰੇ ਸਾਧਨਾ ਦੇ ਸ਼ਿੰਗਾਰ ਵੀ ਕਰ ਲਏ, ਪਰ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕਿਸੇ ਕੰਮ ਨਹੀਂ ਆਏ। ਜਾ ਸਾਹਿਬ ਬਾਤ ਨਾ ਪੁੱਛੀਆ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ। ਅਮਾਲੀ ਹੈ ਪਿਆਰੀ ਅੰਮਾ, ਐ ਉੱਤਮ ਸਖੀ, ਐ ਮਹਾਂਪੁਰਖੋ, ਜਦੋਂ ਪਤੀ ਪਰਮੇਸ਼ਰ ਨੇ ਮੇਰੀ ਬਾਤ ਹੀ ਨਾ ਪੁੱਛੀ ਤਾਂ ਬਿਰਥਾ ਜੋਬਨ ਸਭ ਜਾਏ, ਤਾਂ ਮੇਰੀ ਸਾਰੀ ਜਵਾਨੀ ਵਿਅਰਥ ਚਲੀ ਗਈ। ਕਿਉਂਕਿ ਹਰ ਇਸਤਰੀ ਪਤੀ ਨੂੰ ਖੁਸ਼ ਕਰਨ ਵਾਸਤੇ ਹਾਰ ਸ਼ਿੰਗਾਰ ਕਰਦੀ ਹੈ। ਜੇ ਉਸਦਾ ਪਤੀ ਉਹਦੀ ਗੱਲ ਹੀ ਨਾ ਪੁੱਛੇ, ਫਿਰ ਉਹਦਾ ਸਭ ਕੁਛ ਕੀਤਾ ਵਿਅਰਥ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਜਗਿਆਸੂ ਵਾਹਿਗੁਰੂ ਦੀ ਪ੍ਰਾਪਤੀ ਲਈ ਕੋਈ ਸਾਧਨ ਕਰਦੇ ਨੇ, ਕੋਈ ਲਿਬਾਸ ਧਾਰਨ ਕਰਦੇ ਨੇ, ਜੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਤੇ ਉਹ ਵੀ ਇਹ ਆਖਦੇ ਨੇ ਸਾਡੀ ਤੇ ਜਵਾਨੀ ਸਾਰੀ ਵਿਅਰਥ ਚਲੀ ਗਈ ਹੈ। ਤਨ ਤਨ ਤੇ ਸੁਹਾਗਣੀ ਅਮਾਲੀ, ਜਿਨ ਸਹੁ ਰਹਿਆ ਸਮਾਏ। ਹੇ ਅਮਾਲੀ ਉੱਤਮ ਸਖੀ, ਧਨ ਹਨ ਉਹ ਸੁਹਾਗਵੰਤੀਆਂ, ਜਿਨ ਸੋ ਰਹਿਆ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਪਤੀ ਸਮਾਰਿਆ ਹੈ। ਹਉ ਵਾਰਿਆ ਤੈਨ ਸੁਹਾਗਣੀ ਅਮਾਲੀ, ਤਿਨ ਕੇ ਧੂਆਂ ਸਦ ਪਾਏ। ਹੇ ਅਮਾਲੀ ਉੱਤਮ ਸਖੀ, ਮੈਂ ਉਹਨਾਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਤੋਂ, ਉਹਨਾਂ ਮਹਾਂਪੁਰਖਾਂ ਤੋਂ ਮੈਂ ਕੁਰਬਾਨ ਜਾਨਾ ਹਾਂ। ਤਿਨ ਕੇ ਧੂਆਂ ਸਦ ਪਾਏ, ਤੇ ਮੈਂ ਹਮੇਸ਼ਾ ਲਈ ਉਹਨਾਂ ਦੇ ਚਰਨਾਂ ਨੂੰ ਵੀ ਧੋਣਾ ਹਾਂ। ਕਿਉਂਕਿ ਜਿਹੜੀ ਆਪ ਸੁਹਾਗਣ ਹੋਵੇ ਉਹ ਦੂਜਿਆਂ ਨੂੰ ਵੀ ਸੁਹਾਗਣ ਬਣਾ ਸਕਦੀ ਹੈ। ਜਿਹੜੀ ਆਪ ਹੀ ਦੁਹਾਗਣਾ ਹੈ ਉਹ ਤੇ ਹੋਰਾਂ ਦੇ ਜੀਵਨ ਬਰਬਾਦ ਤੇ ਕਰ ਸਕਦੀ ਹੈ, ਪਰ ਕਿਸੇ ਦਾ ਜੀਵਨ ਸੁਖਦਾਈ ਨਹੀਂ ਬਣਾ ਸਕਦੀ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਨੂੰ ਮਿਲੇ ਹੋਏ ਮਹਾਂਪੁਰਖ ਨੇ, ਉਹ ਰੱਬ ਦੀਆਂ ਸੁਹਾਗਣਾਂ ਨੇ। ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਤੇ ਉਹਨਾਂ ਦੇ ਹਮੇਸ਼ਾ ਲਈ ਚਰਨ ਧੋਣੇ ਹਾਂ। ਜਿਚਰ ਦੂਜਾ ਭਰਮ ਸਾ ਅਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ।
ਲੋ ਫੇਰ ਮੱਧਮ ਸਖੀ ਆਖਦੀ ਹੈ, ਜਿੰਨਾ ਚਿਰ ਤੱਕ ਅਮਾਲੀ ਹੀ ਉੱਤਮ ਸਖੀ, ਜਿੰਨਾ ਚਿਰ ਤੱਕ ਮੇਰੇ ਮਨ ਦੇ ਵਿੱਚ ਦੁਐਤ ਭਾਵ ਸੀ ਤੇ ਭਰਮ ਸੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਤਿਚਰ ਦਾ ਅਰਥ ਵੀ ਓਨਾ ਚਿਰ ਮੈਂ ਉਸ ਪਰਮੇਸ਼ਰ ਪਤੀ ਨੂੰ ਆਪਣੇ ਤੋਂ ਦੂਰ ਸਮਝਿਆ ਸੀ। ਜਿੰਨਾ ਚਿਰ ਤੱਕ ਮਨੁੱਖ ਦੇ ਮਨ ਦੇ ਵਿੱਚ ਦੁਐਤ ਭਾਵ ਹੁੰਦਾ ਹੈ ਤੇ ਨਾਲ ਕੋਈ ਭਰਮ ਭੁਲੇਖਾ ਹੁੰਦਾ ਹੈ, ਉਸ ਵੇਲੇ ਉਹ ਰੱਬ ਨੂੰ ਦੂਰ ਸਮਝਦਾ ਹੈ। ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ। ਹੇ ਅਮਾਲੀ ਉੱਤਮ ਸਖੀ, ਜਦੋਂ ਮੈਨੂੰ ਪੂਰਾ ਸਤਿਗੁਰੂ ਮਿਲ ਗਿਆ, ਕਿਉਂਕਿ ਪੂਰਾ ਸਤਿਗੁਰੂ ਦਰਗਾਹੀ ਵਿਚੋਲਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਾਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਤੁਰੇ ਪਿਆ ਸੰਜੋਗ। ਹੇ ਉੱਤਮ ਸਖੀ, ਜਦੋਂ ਮੈਨੂੰ ਪੂਰਾ ਸਤਿਗੁਰੂ ਮਿਲ ਗਿਆ ਤਾਂ ਆਸਾ ਮਨਸਾ ਸਭ ਪੂਰੇ, ਤਾਂ ਮੇਰੀਆਂ ਮਨ ਦੀਆਂ ਆਸਾ ਤੇ ਵਾਸ਼ਨਾਵਾਂ ਸਾਰੀਆਂ ਪੂਰੀਆਂ ਹੋ ਗਈਆਂ। ਆਸਾ ਦਾ ਅਰਥ ਮੇਰੀਆਂ ਉਮੀਦਾਂ ਤੇ ਮਨਸਾ ਦਾ ਅਰਥ ਜਿੰਨੀਆਂ ਕਾਮਨਾਵਾਂ ਸਨ ਉਹ ਸਭ ਸੰਪੂਰਨ ਹੋ ਗਈਆਂ। ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰਪੂਰੇ। ਹੇ ਉੱਤਮ ਸਖੀ, ਹੇ ਮਹਾਂਪੁਰਖੋ, ਮੈਂ ਸਾਰੇ ਸੁਖਾਂ ਵਿੱਚੋਂ ਵੱਡਾ ਸੁਖ ਪ੍ਰਾਪਤ ਕਰ ਲਿਆ, ਕਿਉਂਕਿ ਸੁਹਾਗਣ ਦੇ ਲਈ ਸਾਰੇ ਸੁੱਖਾਂ ਵਿੱਚੋਂ ਵੱਡਾ ਸੁੱਖ ਸੁਹਾਗ ਦਾ ਸੁੱਖ ਹੀ ਹੁੰਦਾ। ਮੈਂ ਉਹ ਸਾਰੇ ਸੁੱਖਾਂ ਵਿੱਚੋਂ ਜਿੰਨੇ ਵੀ ਸੰਸਾਰ ਸੁੱਖ ਸਨ, ਉਹਨਾਂ ਸਾਰਿਆਂ ਵਿੱਚੋਂ ਵੱਡਾ ਸੁੱਖ ਵਾਹਿਗੁਰੂ ਦੇ ਮਿਲਾਪ ਦਾ ਪ੍ਰਾਪਤ ਕਰ ਲਿਆ ਹੈ। ਫਿਰ ਸਰਬ ਰਹਿਆ ਭਰਪੂਰੇ। ਹੁਣ ਉਹ ਪਤੀ ਪਰਮੇਸ਼ਰ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ ਤੇ ਉਸ ਤੇ ਮੈਨੂੰ ਪ੍ਰਤੱਖ ਦਰਸ਼ਨ ਦੀਦਾਰੇ ਹੋ ਰਹੇ ਹਨ। ਦੋਏ ਦੋਏ ਲੋਚਨ ਪੇਖਾ, ਹੋਂ ਹਰ ਬਿਨ ਔਰ ਨ ਦੇਖਾ, ਨੈਣ ਰਹੇ ਰੰਗ ਲਾਈ, ਆਓ ਬੇ ਗੱਲ ਕਹਿਣ ਨਾ ਜਾਈ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਉੱਤਮ ਸਖੀ, ਹੇ ਮਹਾਂਪੁਰਖੋ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਣਿਆ ਹੈ। ਕਿਵੇਂ? ਗੁਰ ਸਤਿਗੁਰ ਕੈ ਲਗ ਪੈਰੇ, ਪੂਜਨੀਕ ਸਤਿਗੁਰੂ ਦੇ ਚਰਨੀ ਲਾਗੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਸਨ। ਗੁਰਮਤਿ ਦਾ ਸਿਧਾਂਤ ਗੁਰਪ੍ਰਸਾਦ ਤੇ ਟਿਕਿਆ ਹੋਇਆ, ਗੁਰੂ ਦੀ ਮਿਹਰ ਦੇ ਨਾਲ ਹੀ ਸਭ ਕੁਝ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮੈਂ ਉਸ ਵਾਹਿਗੁਰੂ ਦੇ ਸੁਹਾਗ ਦੇ ਆਨੰਦ ਨੂੰ ਮਾਣਿਆ, ਪਰ ਨਾਲ ਹੀ ਆਖਿਆ ਗੁਰ ਸਤਿਗੁਰ ਕੈ ਲਗ ਪੈਰੇ, ਪੂਜਨੀਕ ਸਤਿਗੁਰੂ ਦੇ ਚਰਨੀ ਲਾਗੇ ਇਹ ਮੈਨੂੰ ਸੁਹਾਗ ਦਾ ਆਨੰਦ ਪ੍ਰਾਪਤ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਵਡਹੰਸ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰਪੂਰੇ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।